Okay students, welcome back. We shall be doing the different ways of recognizing learning disability. ਅਸੀਂ ਕਿਸ ਤਰ੍ਹਾਂ learning disabled ਬੱਚੇ ਨੂੰ ਪਹਿਚਾਨ ਸਕਦੇ ਹਾਂ. These are very simple techniques ਜਿਸ ਨਾਲ ਸਿਰਫ ਤੁਸੀਂ ਇੱਕ observation ਹੈ ਤੁਹਾਡੀ, ਜੇ ਤੁਸੀਂ ਐਜ਼ ਅ ਟੀਚਰ ਬੜੇ ਧਿਆਨ ਨਾਲ ਆਪਣੇ ਬੱਚਿਆਂ ਨੂੰ ਦੇਖਦੇ ਹੋ ਤੇ ਉਹਨਾਂ ਵੱਲ ਧਿਆਨ ਥੋੜਾ ਜਿਹਾ ਜ਼ਿਆਦਾ ਦੋਗੇ ਤਾਂ ਪਹਿਚਾਨਿਆ ਜਾਏਗਾ. ਬਹੁਤ ਸਪੈਸੀਫਿਕ ਕੋਈ ਟੈਸਟ ਨਹੀਂ ਹੈ. ਵਨਸ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਲਰਨਿੰਗ ਡਿਸੇਬਿਲਿਟੀ ਹੈ ਦੈਨ ਉਹਨੂੰ ਆਪਾਂ ਸਾਈਕੋਲੋਜਿਸਟ ਕੋਲ ਲੈ ਕੇ ਜਾ ਕੇ ਉਹਦੇ ਸਪੈਸੀਫਿਕ ਟੈਸਟ ਕਰਵਾ ਸਕਦੇ ਹਾਂ. ਸੋ ਇਹਦੇ ਵਿੱਚ ਫਸਟ ਪੁਆਇੰਟ ਕੀ ਹੈ ਕਿ ਜੇ ਸਾਨੂੰ ਐਜ਼ ਅ ਟੀਚਰ ਇਹ ਲੱਗੇ ਕਿ ਬੱਚਾ ਜੋ ਕਰ ਰਿਹਾ ਹੈ ਉਹਦੀ ਜੋ ਐਬਿਲਿਟੀ ਹੈ, ਜਿੰਨੀ ਉਹਦੀ ਐਪਟੀਟਿਊਡ ਹੈ, ਮਤਲਬ ਜੋ ਉਹ ਕਰ ਸਕਦਾ ਹੈ ਉਹ ਤੇ ਜੋ ਐਕਚੁਅਲ ਜੋ ਕਰ ਰਿਹਾ ਹੈ ਉਹਦੇ ਵਿੱਚ ਫਰਕ ਹੈ. ਸੋ ਵੈਨ ਦ ਚਾਈਲਡ ਸਪੋਜ਼ ਆਪਾਂ ਕਹਿੰਦੇ ਕਿ ਮੇਰਾ ਬੱਚਾ ਹੈ ਜੋ 90% ਮਾਰਕਸ ਲੈ ਸਕਦਾ ਹੈ ਬਟ ਉਹਦੀ ਪਰਫਾਰਮੈਂਸ 40% 'ਤੇ ਖੜੀ ਹੈ, you know that the child is capable of getting this mark. So ਉਹਦੇ ਗੈਪ ਹੋ ਗਿਆ between what he can do and what he is doing. तो ਜਦੋਂ ਬੱਚਾ ਆਪਣੀ ਪੋਟੈਂਸ਼ੀਅਲ 'ਤੇ ਲਿਵ ਅਪ ਨਾ ਕਰੇ, ਆਪਣੀ ਕਾਬਲੀਅਤ 'ਤੇ ਜੋ ਬੱਚੇ ਦੀ ਐਬਿਲਿਟੀਜ਼ ਹੈ ਉਹਨਾਂ ਦੇ ਮੁਤਾਬਿਕ ਬਿਹੇਵੀਅਰ ਜਾਂ ਪਰਫਾਰਮੈਂਸ ਤੁਹਾਨੂੰ ਨਾ ਸ਼ੋ ਕਰੇ, then you can say ਕਿ the child is may be suffering from learning disability. ਸੋ ਜਿਸ ਦੇ ਵਿੱਚ ਆਪਾਂ ਨੂੰ ਕਿਵੇਂ ਪਤਾ ਲੱਗੇਗਾ? ਨੋਰਮਲ ਉਹਨਾਂ ਨੇ ਐਗਜ਼ਾਮਪਲ ਦਿੱਤੀਆਂ ਕਿ ਜਿਵੇਂ ਸਪੋਜ਼ ਇੱਕ ਬੱਚਾ ਹੈ ਪਰ ਉਹ ਐਸਐਸ ਬਹੁਤ ਵਧੀਆ ਲਿਖਦਾ ਹੈ, ਬਹੁਤ ਵਧੀਆ ਲੈਂਗੁਏਜ ਦੇ ਵਿੱਚ ਬਹੁਤ ਅੱਛਾ ਪਰਫਾਰਮ ਕਰ ਰਿਹਾ, ਬਟ ਜਦੋਂ ਮੈਥਸ ਦੀ ਅਸਾਈਨਮੈਂਟ ਆਉਂਦੀ ਹੈ ਉਸ ਵਿੱਚ ਨਹੀਂ ਕਰ ਪਾਉਂਦਾ. ਉਸੇ ਤਰ੍ਹਾਂ ਇੱਕ ਬੱਚਾ ਕਲਾਸ 'ਚ ਓਰਲੀ ਤਾਂ ਆਨਸਰਸ ਦੇ ਦਿੰਦਾ ਹੈ ਬਟ ਜਦੋਂ ਤੁਸੀਂ ਉਸ ਆਨਸਰਸ ਨੂੰ ਲਿਖਣ ਲਈ ਬੱਚੇ ਨੂੰ ਕਹਿੰਦੇ ਹੋ ਤਾਂ ਉਹ ਤੁਹਾਨੂੰ ਆਨਸਰਸ ਨਹੀਂ ਲਿਖ ਕੇ ਦੇ ਪਾ ਰਿਹਾ. ਇੱਕ ਬੱਚਾ ਆਮ ਦੇਖਣ ਤੁਹਾਨੂੰ ਪਤਾ ਹੈ ਕਿ ਇਜ਼ ਐਨ ਇੰਟੈਲੀਜੈਂਟ ਚਾਈਲਡ ਬਟ ਉਹਦੇ ਰਿਪੋਰਟ ਕਾਰਡ ਵਿੱਚ ਉਹ ਇੰਟੈਲੀਜੈਂਸ ਨਹੀਂ ਦਿਖਦੀ. ਸੋ ਦੈਨ ਵੈਨ ਯੂ ਨੋ ਦੈਟ ਦ ਚਾਈਲਡ ਹੈਜ਼ ਕੈਨ ਡੂ ਮਚ ਬੈਟਰ, ਇਸ ਤੋਂ ਵੱਧ ਕਰ ਸਕਦਾ ਸੀ ਬਟ ਉਹ ਨਹੀਂ ਕਰ ਰਿਹਾ, ਉਹਦੀ ਓਵਰਆਲ ਸਕੂਲ ਪਰਫਾਰਮੈਂਸ ਜਾਂ ਇੱਕ ਸਪੈਸੀਫਿਕ ਸਬਜੈਕਟ ਵਿੱਚ ਪਰਫਾਰਮੈਂਸ ਉਹਦੀ ਕਾਬਲੀਅਤ ਨਾਲੋਂ ਨੀਵੀਂ ਹੈ, ਦੈਨ ਵੀ ਕੈਨ ਸੇ ਦਾ ਮੇ ਬੀ ਦਾ ਚਾਈਲਡ ਇਜ਼ ਅ ਲਰਨਿੰਗ ਡਿਸੇਬਲਡ ਚਾਈਲਡ. ਦੂਸਰਾ ਪੁਆਇੰਟ ਕੀ ਹੈ? ਕੋਸ਼ਿਸ਼ ਹੀ ਨਾ ਕਰਨੀ. ਇਫ ਯੂ ਥਿੰਕ ਦ ਚਾਈਲਡ ਇਜ਼ ਓਵਰ ਲੇਜ਼ੀ, ਲੋੜ ਤੋਂ ਵੱਧ ਆਲਸੀ ਹੈ, ਥੋੜ੍ਹਾ ਨਾ ਸਾਰੇ ਬੱਚੇ ਆਲਸੀ ਹੁੰਦੇ ਨੇ, ਬਟ ਦੈਨ ਇੱਕ ਬੱਚਾ ਜਿਸ ਨੂੰ ਬਾਰ-ਬਾਰ ਕਿਸੇ ਚੀਜ਼ ਨੂੰ ਦੱਸਣਾ ਪਵੇ ਐਂਡ ਫਿਰ ਦੱਸਣ ਤੋਂ ਬਾਅਦ ਵੀ ਉਸਦੇ ਕੰਮ ਕਰਨ ਦਾ ਯਤਨ ਵੀ ਨਾ ਕਰੇ, ਟਰਾਈ ਵੀ ਨਾ ਕਰੇ, then also maybe the child may have such kind of a problem. Then third is off track. ਤੁਸੀਂ ਕਹਿ ਕੁਛ ਹੋਰ ਰਹੇ ਹੋ, ਘਰ ਬੱਚਾ ਕੁਛ ਹੋਰ ਰਿਹਾ. ਤੁਸੀਂ ਸਪੋਜ਼ ਬੱਚੇ ਨੂੰ ਕਹਿੰਦੇ ਹੋ ਕਿ ਉਹ ਦੇਖ ਸੀ ਇਹਨਾਂ ਨੇ ਕਿਹਾ ਕਿ ਡਿਫੀਕਲਟੀ ਇਨ ਮੂਵਿੰਗ ਡਾਇਰੈਕਸ਼ਨਸ, ਤੁਸੀਂ ਬੱਚੇ ਨੂੰ ਕਿਹਾ ਬੇਟੇ ਇੱਥੋਂ ਰਾਈਟ ਜਾਇਓ, ਸਪੋਜ਼ ਤੁਸੀਂ ਉਰੇ ਖੜੇ ਸੀ, ਤੁਸੀਂ ਬੱਚੇ ਨੂੰ ਕਿਹਾ ਬੇਟੇ ਰਾਈਟ ਜਾਇਓ, ਰਾਈਟ ਜਾ ਕੇ ਇਸ ਰੂਮ ਵਿੱਚੋਂ ਸਮਾਨ ਲੈ ਕੇ ਆਉਣਾ ਹੈ ਐਂਡ ਦ ਚਾਈਲਡ ਸਟਾਰਟਸ ਮੂਵਿੰਗ ਇਨ ਦੀ ਆਪੋਜ਼ਿਟ ਡਾਇਰੈਕਸ਼ਨ. ਉਹਨੂੰ ਸਮਝ ਹੀ ਨਹੀਂ ਆਇਆ ਕਿ ਮੈਮ ਨੇ ਮੈਨੂੰ ਕਿੱਧਰ ਜਾਣ ਲਈ ਕਿਹਾ. ਡੇ ਡਰੀਮਿੰਗ ਕਰਦੇ ਰਹਿਣਾ, ਸ਼ੇਕ ਚਿਲੀਪਨ ਕਿਤੇ ਹੋਰ ਹੀ ਗੁਆਚੇ ਰਹਿਣਾ, ਬੋਰਡ ਤੋਂ ਦੇਖ ਕੇ ਚੀਜ਼ ਨੂੰ ਕਾਪੀ ਠੀਕ ਨਾ ਕਰ ਪਾਉਣਾ. ਜਿਵੇਂ ਨੋਰਮਲੀ ਇਹ ਦੋ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ, ਬੱਚਾ ਵਿਜ਼ੂਅਲੀ ਇੰਪੇਅਰਡ ਵੀ ਹੋ ਸਕਦਾ ਹੈ ਬਟ ਜੇ ਤੁਹਾਨੂੰ ਪਤਾ ਕਿ ਨਹੀਂ ਮੇਰੇ ਬੱਚੇ ਦੀ ਆਈਸਾਈਟ ਬਿਲਕੁਲ ਠੀਕ ਹੈ, ਉਸ ਦੇ ਬਾਵਜੂਦ ਉਹ ਬੋਰਡ ਤੋਂ ਦੇਖੀ ਚੀਜ਼ ਨੂੰ ਲਿਖ ਨਹੀਂ ਪਾ ਰਿਹਾ ਜਾਂ ਤੁਸੀਂ ਬੋਰਡ 'ਤੇ ਕੁਛ ਹੋਰ ਲਿਖਿਓ ਆਪਣੀ ਨੋਟਬੁੱਕ 'ਚ ਕੁਛ ਹੋਰ ਹੀ ਨੋਟ ਡਾਊਨ ਕਰ ਰਿਹਾ, ਅਸਾਈਨਮੈਂਟ ਨਹੀਂ ਯਾਦ ਰਹਿੰਦੀ ਐਂਡ ਜੇ ਯਾਦ ਰਹਿੰਦੀ ਤਾਂ ਉਹਨੂੰ ਸਹੀ ਤਰ੍ਹਾਂ ਨਹੀਂ ਕਰ ਪਾਉਂਦਾ, ਮਤਲਬ ਉਹਨੂੰ ਆਪਾਂ ਕਹਿੰਦੇ ਆਫ ਟਰੈਕ ਹੋਣਾ, ਆਪਣੀ ਸਹੀ ਟਰੈਕ 'ਤੇ ਮੂਵ ਨਾ ਕਰਨਾ. ਇਹ ਜਿਹੇ ਬੱਚੇ ਦੀ ਜੋ ਵਰਕਿੰਗ ਮੈਮਰੀ ਹੈ, ਸੋ ਨੋਰਮਲੀ ਯੂ ਹੈਵ ਟੂ ਕਾਈਂਡਸ ਆਫ ਮੈਮਰੀਜ਼. ਵਨ ਇਜ਼ ਯੋਰ ਲੌਂਗ ਟਰਮ ਮੈਮਰੀ ਜਿਹਦੇ ਵਿੱਚ ਆਪਣੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ. ਸੈਕਿੰਡ ਇਜ਼ ਯੋਰ ਸ਼ਾਰਟ ਟਰਮ ਮੈਮਰੀ ਜੋ ਕਿ ਤੁਹਾਡੀ ਕੀ ਹੁੰਦੀ ਹੈ? ਵਰਕਿੰਗ ਮੈਮਰੀ ਹੁੰਦੀ ਹੈ, ਜਿਹਦੇ 'ਚੋਂ ਤੁਸੀਂ ਜਿਵੇਂ ਆਪਾਂ ਕਿਉਂਕਿ ਆਪਣੇ ਘਰ ਦੇ ਵਿੱਚ ਜਿਹੜੀ ਅਲਮਾਰੀ 'ਚ ਤੁਸੀਂ ਹੁਣ ਆਪਣੇ ਕੱਪੜੇ ਰੱਖੇ ਹੋਣਗੇ ਤੁਹਾਡੀ ਵਰਕਿੰਗ ਅਲਮਾਰੀ ਹੈ, ਟਰੰਕ ਹੈ ਜਿਹੜੇ ਉਹ ਤੁਹਾਡੀ ਲੌਂਗ ਟਰਮ ਮੈਮਰੀ ਹੈ. ਸੋ ਇਹਨਾਂ ਬੱਚਿਆਂ ਦੀ ਵਰਕਿੰਗ ਮੈਮਰੀ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਰਾਈਟ. ਦੈਨ ਫੋਰਥ ਪੁਆਇੰਟ ਇਜ਼ ਹਾਈਡਿੰਗ ਆਊਟ, ਲੁਕ ਜਾਣਾ. ਜਦੋਂ ਮੈਮ ਕਲਾਸ ਚਾਹੇ ਲੁਕ ਜਾਓ ਕਿਸੇ ਦੇ ਪਿੱਛੇ ਵੀ, ਮੈਨੂੰ ਦੇਖਣ ਹੀ ਨਾ, ਜੇ ਮੈਨੂੰ ਦੇਖਣਗੇ ਨਹੀਂ ਤਾਂ ਨੋਰਮਲੀ ਨਾ ਮੈਨੂੰ ਕੋਈ ਪ੍ਰੋਜੈਕਟ ਦੇਣਗੇ ਜਾਂ ਕਲਾਸ ਵਿੱਚ ਹਮੇਸ਼ਾ ਪਿੱਛੇ ਬੈਠਣਾ ਜਾਂ ਕਲਾਸ ਦੇ ਵਿੱਚ ਕਿਸੇ ਗੱਲ ਨੂੰ ਜਦੋਂ ਟੀਚਰ ਨੇ ਕੁਐਸਚਨ ਪੁੱਛਣਾ ਹੈਡ ਡਾਊਨ ਕਰ ਲੈਣਾ ਕਿ ਮੈਨੂੰ ਨਾ ਪੁੱਛ ਲੈਣ, ਆਪਣੇ ਆਪ ਨੂੰ ਲੁਕਾਉਣਾ ਕਲਾਸ ਵਿੱਚ. ਇਸ ਦੇ ਬਿਲਕੁਲ ਉਲਟ ਹੁੰਦਾ ਇੱਕ ਬੱਚਾ ਜੋ ਲੋੜ ਤੋਂ ਵੱਧ ਦਿਖੇ ਕਲਾਸ ਵਿੱਚ, ਐਕਟਿੰਗ ਕਰਨਾ. ਸੋ ਜਿਵੇਂ ਇੱਕ ਬੱਚਾ ਜਿਹਨੂੰ ਪਤਾ ਕਿ ਮੈਂ ਡੈਫੀਸ਼ੀਐਂਟ ਹਾਂ, ਹੀ ਬਿਕਮਸ ਅ ਕਲਾਸ ਕਲਾਊਨ ਐਂਡ ਮੇਕਸ ਐਵਰੀਵਨ ਹੈਪੀ, ਸਾਰੇ ਉਹਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਹੈ, ਜਾਂ ਪ੍ਰੀਟੈਂਡ ਕਰਨਾ ਕਿ ਆਈ ਡੋਂਟ ਇਟ ਡਜ਼ਨਟ ਮੈਟਰ ਟੂ ਮੀ, ਉਹ ਛੱਡ ਕੋਈ ਗੱਲ ਨਹੀਂ ਹੋਮਵਰਕ ਨਹੀਂ ਕੀਤਾ. ਸੋ ਇੰਸਟੈਡ ਆਫ ਗੋਇੰਗ ਅਨਨੋਟਿਸਡ ਬੱਚਾ ਆਪਣੇ ਵੱਲ ਧਿਆਨ ਹੀ ਕੇਂਦਰਿਤ ਕਰਦਾ ਰਹਿੰਦਾ. ਦਿਸ ਕਾਈਂਡ ਆਫ ਬਿਹੇਵੀਅਰ can also be shown by some learning disabled children, right? Homework miss करना, normally there are number of kids जो अपना homework miss करते हैं, but if you regularly every time if the child is missing his homework then you need to look for it. Normally ये reason हो सकता है कि बच्चे ਨੂੰ याद ही नहीं रहता कि मेरा homework ही मिलिया सी, right? total wipe out ही हो गया भी अच्छा मैम ने homework ਦਿੱਤਾ ਸੀ, ਭੁੱਲ ਤਾਂ ਤੁਸੀਂ ਵੀ ਜਾਣਦੇ ਹੋ ਵੀ ਅੱਛਾ ਮੈਮ ਨੇ ਅਸਾਈਨਮੈਂਟ ਦਿੱਤੀ ਸੀ, but then ਆਪਾਂ ਤਾਂ ਜਾਣ ਕੇ ਭੁੱਲ ਜਾਂਦੇ ਆ ਨਾ. ਜੇ ਸੱਚੀ ਉਹ ਨਹੀਂ ਯਾਦ ਰਹਿੰਦਾ ਤਾਂ ਗੋ ਫॉर योर ਟੈਸਟ, ਮੇ ਬੀ ਅਸੀਂ ਲਰਨਿੰਗ ਡਿਸੇਬਲਡ ਹੋਈਏ ਜਾਂ ਅਸੀਂ ਹੋਮਵਰਕ ਕਰ ਤਾਂ ਲਿਆ ਸੀ ਬਟ ਹੋਮਵਰਕ ਤਾਂ ਘਰ ਦਾ ਕੰਮ ਸੀ, ਉਹ ਸਕੂਲ 'ਚ ਕਿਉਂ ਲੈ ਕੇ ਆਉਣਾ ਸੀ, ਉਹ ਤਾਂ ਘਰੇ ਛੱਡਿਆ ਆਏ ਅਸੀਂ. ਐਵੇਂ ਦਾ ਵੀ ਕੰਮ ਹੁੰਦਾ ਨਾ ਕਿ ਮੈਂ ਕਹਿੰਦਾ ਮੈਮ ਕੀਆ ਤਾਂ ਹੈ ਲੇਕਿਨ ਰਜਿਸਟਰ ਘਰ ਰਹਿ ਗਿਆ, ਹੁਣ ਸੱਚੀ ਘਰ ਰਹਿ ਗਿਆ ਜਾਂ ਅਸੀਂ ਜਾਣ ਕੇ ਛੱਡਿਆ ਆਏ ਘਰ. ਸੋ ਦੈਟ ਕਾਈਂਡ ਆਫ ਥਿੰਗ. ਸੋ ਐਵਰੀ ਚਾਈਲਡ ਇਫ ਰੂਟੀਨਲੀ ਤੁਹਾਡਾ ਹੋਮਵਰਕ ਨਹੀਂ ਕਰ ਰਿਹਾ
then you need to have a closer look ਕੀ ਪ੍ਰੋਬਲਮ ਹੈ ਉਸ ਬੱਚੇ ਦੀ। ਦੈਨ ਟਾਈਮਿੰਗ ਪ੍ਰੋਬਲਮਸ, ਜੇ ਇੱਕ ਬੱਚੇ ਨੂੰ ਨੋਰਮਲੀ ਟਾਈਮ ਮੈਨੇਜਮੈਂਟ ਨਾਲ ਪ੍ਰੋਬਲਮ ਹੋਵੇ ਕਿ ਜਿਵੇਂ 3 ਘੰਟੇ ਦੇ ਪੇਪਰ ਨੂੰ ਦੇ ਵਿੱਚ ਪ੍ਰੋਪਰਲੀ ਟਾਈਮ ਮੈਨੇਜ ਨਹੀਂ ਕਰ ਪਾਇਆ, ਹਰ ਟਾਈਮ ਤੁਹਾਨੂੰ ਲੱਗਦਾ ਕਿ ਲੋੜ ਤੋਂ ਵੱਧ ਟਾਈਮ ਬੱਚਾ ਆਪਣੇ ਕੰਮ ਨੂੰ ਪੂਰਾ ਕਰਨ ਲਈ ਲੈਂਦਾ, ਚਾਹੇ ਉਹ ਅਸਾਈਨਮੈਂਟ ਕਰਨੀ ਹੋਵੇ, ਚਾਹੇ ਸ਼ੂਜ਼ ਪਾਣੇ ਹੋਣ, ਬਟ ਜਿੰਨਾ ਟਾਈਮ ਉਸਨੂੰ ਲਗਾਉਣਾ ਚਾਹੀਦਾ ਉਸ ਤੋਂ ਵੱਧ ਟਾਈਮ ਲਗਾ ਰਿਹਾ। ਐਂਡ ਕਈ ਵਾਰ ਪੇਰੈਂਟਸ ਵੀ ਕਈ ਵਾਰ ਕਹਿੰਦੇ ਕਿ ਹੋਮਵਰਕ ਕਰਾਉਣ ਨੂੰ ਸਾਨੂੰ ਸਾਰੀ ਰਾਤ ਲੱਗ ਜਾਂਦੀ ਹੈ, ਬੱਚੇ ਨੂੰ ਸਾਰੀ ਰਾਤ ਤਾਂ ਆਪਾਂ ਵੀ ਲਾ ਦਿੰਦੇ ਹਾਂ ਪ੍ਰੋਜੈਕਟਸ ਖਤਮ ਕਰਨ ਲਈ, ਬਟ ਦੈਨ ਅਦਰਵਾਈਜ਼ ਜੇ ਜੈਨੂਅਨਲੀ ਬੱਚਾ ਐਵਰੀ ਟਾਈਮ ਟੇਕਸ ਲੌਂਗ ਟਾਈਮ ਟੂ ਕੰਪਲੀਟ ਦ ਵਰਕ, ਹਰ ਰੋਜ਼ ਸਕੂਲ ਲੇਟ ਹੋ ਜਾਣਾ, ਐਵਰੀ ਡੇ ਯੂ ਮਿਸ ਯੂਰ ਬੱਸ, then this is something you need to notice। ਟੈਸਟ ਨੂੰ ਲੈ ਕੇ ਸਟ੍ਰੈਸ ਹੋਣਾ ਨੋਰਮਲੀ ਸਭ ਨੂੰ ਹੁੰਦਾ, ਪਰ ਲੋਡ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਜਿਵੇਂ ਐਂਡ ਦੇ ਵਿੱਚ ਤੁਸੀਂ ਹਮੇਸ਼ਾ ਟੈਸਟ ਨੂੰ ਕਰਨ ਲੱਗੇ ਫਾਹਾ ਵੱਢਣ ਵਾਲਾ ਕੰਮ ਹੋਣਾ, ਹੈਂਡ ਰਾਈਟਿੰਗ ਵਧੀਆ ਨਾ ਹੋਣਾ, ਜਿੰਨੇ ਮਰਜ਼ੀ ਰਿਮਾਈਂਡਰਸ ਦੇ ਦਿਓ, ਟੈਸਟ ਮਿਸ ਆਊਟ ਕਰ ਦੇਣਾ ਬੱਚੇ ਨੂੰ, ਲੋਡ ਤੋਂ ਬਾਅਦ ਐਨਜ਼ਾਈਟੀ ਹੋਣਾ ਐਂਡ ਫੇਲ ਹੋ ਜਾਣਾ ਬਾਰ-ਬਾਰ ਇਨਸਪਾਈਟ ਆਫ ਦ ਫੈਕਟ ਕਿ ਤੁਸੀਂ ਪੜ੍ਹ ਕੇ ਆਏ ਹੋ, ਉਸ ਦੇ ਬਾਵਜੂਦ ਕਲਾਸ ਦੇ ਵਿੱਚ ਬੱਚੇ ਦਾ ਪਰਫੋਰਮੈਂਸ ਲੋ ਹੋਣਾ। ਸੈਕਿੰਡ ਲਾਸਟ ਪੁਆਇੰਟ ਰਿਲੇਟਸ ਟੂ ਯੋਰ ਇਮੋਸ਼ਨੈਲਿਟੀ। ਮੈਨੀ ਟਾਈਮਸ ਆਪਾਂ ਨੇ ਦੇਖਿਆ ਕਿ ਇਸ ਬੱਚੇ ਦੀ ਜਿਹੜੀ ਸੈਲਫ ਇਸਟੀਮ ਹੈ, ਆਪਣੇ ਆਪ ਨੂੰ ਲੈ ਕੇ ਆਪਣੀ ਵਿਚਾਰਧਾਰਾ ਉਹ ਕਾਫੀ ਲੋ ਹੁੰਦੀ ਹੈ। ਨੋਰਮਲੀ ਬੱਚਾ ਹਰ ਵਾਰ ਜਦੋਂ ਆਪਣੇ ਆਪ ਨੂੰ ਨੀਵਾਂ ਹੀ ਸਮਝਦਾ ਹੈ ਤਾਂ ਡਿਪਰੈਸ਼ਨ, ਫਰਸਟ੍ਰੇਸ਼ਨ, ਇਹ ਆਮ ਤੌਰ 'ਤੇ ਇਹਨਾਂ ਬੱਚਿਆਂ 'ਚ ਦੇਖਿਆ ਗਿਆ ਕਿ ਉਹਨੂੰ ਲੱਗਦਾ ਹਮੇਸ਼ਾ ਮੈਮ ਇਸ ਵੀ ਤਾਰੇ ਜ਼ਮੀਨ ਪਰ ਵੀ ਸਿਮਿਲਰ ਕਾਈਂਡ ਆਫ ਐਕਸਪੋਜਰ ਜੋ ਬੱਚਾ ਫੇਸ ਕਰ ਰਿਹਾ ਸੀ, ਉਹ ਆਈ ਵਿਲ ਟਰਾਈ ਟੂ ਸ਼ੇਅਰ ਦ ਲਿੰਕ ਆਫ ਦ ਮੂਵੀ ਵਿਦ ਯੂ ਸੋ ਦੈਟ ਤੁਸੀਂ ਆਪਣੇ ਉਹਦੇ 'ਚ ਦੇਖ ਸਕੋ। ਦਿਸ ਵਾਜ਼ ਸਮਥਿੰਗ ਕਿ ਜਦੋਂ ਬੱਚੇ ਨੂੰ ਬਾਰ-ਬਾਰ ਕਲਾਸ 'ਚ ਝਟਕਾ ਮਿਲੀ ਜਾਏਗਾ, ਜਦੋਂ ਤੁਸੀਂ ਕਲਾਸ ਤੋਂ ਬਾਹਰ ਕੱਢੀ ਜਾਓਗੇ ਤਾਂ ਦੈਨ ਡੈਫੀਨੇਟਲੀ ਬੱਚਿਆਂ ਦੀ ਜਿਹੜੀ ਸੈਲਫ ਇਸਟੀਮ ਹੈ ਉਹ ਲੋ ਹੋ ਜਾਂਦੀ ਹੈ। ਸੈਕਿੰਡ ਹੈ ਸਕੂਲ ਰਿਲੇਟਡ ਐਨਜ਼ਾਈਟੀ, ਮੈਂ ਸਕੂਲ ਜਾਣਾ ਹੀ ਨਹੀਂ, ਦ ਚਾਈਲਡ ਵਾਂਟਸ ਟੂ ਮਿਸ ਆਊਟ ਦ ਸਕੂਲ, ਜਿਵੇਂ ਤੁਸੀਂ ਸਕੂਲ ਦਾ ਨਾਮ ਲੈਂਦੇ ਹੋ ਤਾਂ ਚਾਈਲਡ ਫਾਲਸ ਸਿਕ, ਐਵੇਂ ਦੀ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ। ਥਰਡ ਹੈ ਆਪਣੀ ਸੈਲਫ ਰੈਗੂਲੇਸ਼ਨ ਨਾਲ, ਤੁਸੀਂ ਮਾੜਾ ਜਿਹਾ ਕੋਈ ਕੰਮ ਦਿੱਤਾ ਤਾਂ ਚਾਈਲਡ ਸਟਾਰਟਸ ਕਰਾਈਂਗ, ਮਾੜਾ ਜਿਹਾ ਟੀਚਰ ਨੇ ਝਿੜਕਦਾ, ਟੀਚਰ ਕਿਹਾ ਬੈਠ ਜੋ ਤਾਂ ਡਿੱਗੀ ਜਾਂਦਾ ਹੈ, ਸੋ ਦ ਚਾਈਲਡ ਇਜ਼ ਨਾਟ ਏਬਲ ਟੂ ਮੈਨੇਜ ਰੈਗੂਲੇਟ ਹਿਮਸੈਲਫ। ਸੋ ਇਸ ਤਰ੍ਹਾਂ ਦੀਆਂ ਜੇ ਪ੍ਰੋਬਲਮਸ ਬੱਚੇ ਦੇ ਵਿੱਚ ਆਉਣ ਦੈਨ ਆਲਸੋ ਵੀ ਨੀਡ ਟੂ ਲੁੱਕ ਫਰਦਰ ਇਨ ਟੂ ਦ ਕਾਜ਼ਜ਼ ਆਫ ਦੀ ਪ੍ਰੋਬਲਮ। ਦੈਨ ਅਵੋਇਡੈਂਸ ਹੁੰਦਾ ਕਿ ਨੋਰਮਲੀ ਬੱਚਾ ਜਦੋਂ ਸਕੂਲ ਸਿਚੁਏਸ਼ਨ ਨੂੰ ਅਵੋਇਡ ਕਰੇ, ਹੀ ਡਜ਼ਨਟ ਵਾਂਟ ਟੂ ਗੋ ਟੂ ਸਕੂਲ, ਦਿਸ ਕੈਨ ਬੀ ਲੋੜ ਤੋਂ ਬਾਅਦ ਐਬਸੈਂਟ ਹੋਣਾ, ਤੁਹਾਡੇ 'ਚੋਂ ਵੀ ਕਾਫੀ ਹੁੰਦੇ ਨੇ, ਕਦੇ ਆਪਾਂ ਯੂਨੀਵਰਸਿਟੀ ਪੈਰ ਰੱਖ ਕੇ ਦੇਖਿਆ ਹੀ ਨਹੀਂ, ਤਾਂ ਸੋਚ ਲਓ ਵੀ ਕਿਉਂ ਹੁੰਦੇ ਹੋ, ਰਾਈਟ। ਦੈਨ ਸਟੇਇੰਗ ਹੋਮ ਸਿਕ, ਜਿਹਦੇ 'ਤੇ ਟੈਸਟ ਹੋਵੇ ਖਾਸ ਕਰਕੇ, ਜਾਂ ਹਨੀਫ ਮੈਮ ਨੇ ਕੋਈ ਅੱਜ ਅਸਾਈਨਮੈਂਟ ਲੈਣੀ ਹੋਵੇ ਦੈਨ ਵੀ ਪ੍ਰੈਫਰ ਟੂ ਸਟੇ ਹੋਮ, ਰਾਈਟ। ਕਿਸੇ ਚੈਲੰਜਿੰਗ ਈਵੈਂਟ 'ਚ ਪਾਰਟੀਸਪੇਟ ਨਹੀਂ ਕਰਨਾ, ਇਹ ਵੀ ਆਪਾਂ ਕਾਫੀ ਬਹਾਨੇ ਲਗਾਉਂਦੇ ਹਾਂ। ਲੋੜ ਤੋਂ ਬਾਅਦ ਵਾਸ਼ਰੂਮ ਜਾਣਾ, ਜਿਵੇਂ ਮੈਮ ਨੇ ਕਿਹਾ ਲਾਸਟ ਕੁਐਸਚਨਸ ਨਾਓ ਮੈਮ ਮੇ ਆਈ ਗੋ ਟੂ ਵਾਸ਼ਰੂਮ, ਫਿਰ ਵਾਪਸ ਹੀ ਨਾ ਆਉਣਾ ਕਲਾਸ ਵਿੱਚ, ਜਾਂ ਕਲਾਸ ਬੰਕ ਕਰਨੀ, ਜਾਂ ਪੂਰੇ ਸਕੂਲ ਨੂੰ ਬੰਕ ਕਰ ਲੈਣਾ, ਦਿਸ ਕੈਨ ਆਲਸੋ ਬੀ ਅ ਪ੍ਰੋਬਲਮ ਸਮਟਾਈਮਸ ਜੋ ਇਹ ਬੱਚੇ ਸ਼ੋ ਕਰਦੇ ਨੇ, ਰਾਈਟ। ਸੋ ਦੀਸ ਆਰ ਜਨਰਲ ਬਿਹੇਵੀਅਰਲ ਟ੍ਰੇਟਸ, ਆਪਾਂ ਕੋਈ ਬਹੁਤ ਸਪੈਸੀਫਿਕ ਨਹੀਂ ਕੀਤੇ ਕਿ ਸਪੈਸੀਫਿਕ ਇਸ ਰੀਜ਼ਨਸ ਨਾਲ ਨਹੀਂ ਕੀਤੇ ਬਿਕੋਜ਼ ਵੀ ਡੋਂਟ ਹੈਵ ਟੂ ਗੋ ਇਨ ਟੂ ਦੈਟ ਡਿਟੇਲ, ਬਟ ਦੈਨ ਸਟਿਲ ਇਜ਼ ਅ ਜਨਰਲ, ਕਿਉਂਕਿ ਐਜ਼ ਅ ਟੀਚਰ ਤੁਸੀਂ ਸਭ ਤੋਂ ਪਹਿਲਾਂ ਓਬਜ਼ਰਵ ਹੀ ਕਰੋਗੇ, ਸਪੈਸੀਫਿਕ ਟੈਸਟ ਆਪਾਂ ਬਾਅਦ 'ਚੋਂ ਕਰਦੇ ਹਾਂ ਬੱਚੇ ਦੇ। This was a repeat slide, we've already covered the topics in this, so thank you. This was all about the different types of learning disabilities and what we can do to, or how we can identify this learning disability. Just remember, as a teacher, if you help your students with learning disability get the attention and support that they need to do better and feel better, this will benefit them as a student both in the school and out for years to come, and thonu sada yaad rakhange. So as a teacher, please pay attention to such kids. And this was a very important slide which says LD doesn't mean that they are learning disabled, LD means they just learn differently, सिर्फ different तरह learn करते हैं, and जैसे इस चीज़ को identify कर ले, we can help children to become what they actually can become. I'll share you a few learning disabled people, their photographs, and then you can see how much they have achieved in their life. So if we can help them, then this will be very good as a teacher. Thank you.